ਆਵਾਜ਼ੇ ਪੰਜਾਬ ਦੇਖ ਰਹੇ ਹੋ ਜੀ ਤੁਸੀਂ। ਮੈਂ ਬੋਨੀ ਬਿੰਦਰਾ। ਪੰਜਾਬ ਦੇ ਵਿੱਚ ਅੱਜ ਜੋ ਕੁਝ ਵੀ ਹੋਇਆ ਉਹ ਬੜਾ ਮੰਦਭਾਗਾ ਹੈ। ਆਵਾਜ਼ੇ ਪੰਜਾਬ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖ ਅਤੇ ਹਿੰਦੂ ਭਾਈਚਾਰਾ ਜਾਂ ਕਿਸੇ ਵੀ ਦੋ ਕਮਿਊਨਿਟੀਜ਼ ਦੇ ਵਿੱਚ ਭਾਈਚਾਰਾ ਹੈ ਉਹ ਹਮੇਸ਼ਾ ਬਣੇ ਰਹਿਣਾ ਚਾਹੀਦਾ। ਪਟਿਆਲੇ ਦੇ ਹਾਲਾਤ ਜਿਹੜੇ ਤੁਸੀਂ ਉਸ ਸਵੇਰ ਤੋਂ ਦੇਖ ਰਹੇ ਹੋ ਉਸ ਦੇ ਬਾਰੇ ਪੂਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਨੇ ਸਾਡੇ ਮੁੱਖ ਸੰਪਾਦਕ ਸਰਦਾਰ ਕੁਲਵੰਤ ਸਿੰਘ ਜੀ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਕੁਲਵੰਤ ਜੀ ਸਵਾਗਤ ਹੈ। ਬਹੁਤ ਧੰਨਵਾਦ ਜੀ। ਕੁਲਵੰਤ ਜੀ, ਬੜਾ ਮੰਦਭਾਗਾ ਦਿਨ ਰਿਹਾ ਅੱਜ ਪਟਿਆਲੇ ਦੇ ਲਈ, ਪੰਜਾਬ ਦੀ ਪੂਰੀ ਜਿਹੜੀ ਹਿਸਟਰੀ ਆ ਉਹਦੇ ਲਈ ਵੀ, ਕਿਉਂਕਿ ਕਾਫੀ ਸਮੇਂ ਤੋਂ ਆਪਾਂ ਦੇਖ ਰਹੇ ਸੀਗੇ ਕਿ ਐਸੀਆਂ ਫਿਰਕੂਵਾਦ ਦੀਆਂ ਜਿਹੜੀਆਂ ਕੋਈ ਵੀ ਘਟਨਾਵਾਂ ਨੇ ਉਹ ਪੰਜਾਬ ਦੇ ਵਿੱਚ ਘੱਟੋ ਘੱਟ ਨਹੀਂ ਹੋ ਰਹੀਆਂ ਸੀਗੀਆਂ। ਦੇਸ਼ ਦੇ ਵਿੱਚ ਵੱਖੋ ਵੱਖ ਥਾਂ 'ਤੇ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਸੀਗੀਆਂ, ਪਰ ਹਜੇ ਤੱਕ ਪੰਜਾਬ ਹੈ ਜਿਹੜਾ ਉਹ ਇਹਦੇ ਤੋਂ ਬਚਿਆ ਹੋਇਆ ਸੀ, ਕਿਉਂਕਿ ਅਸੀਂ ਆਪਣੇ ਜਿਹੜਾ ਇਤਿਹਾਸ ਹੈ ਉਹਦੇ ਤੋਂ ਬਹੁਤ ਕੁਝ ਸਿੱਖਿਆ। ਇਹ ਹਜੇ ਤੱਕ ਆਪਾਂ ਮੰਨਦੇ ਸੀ। ਅੱਜ ਜੋ ਕੁਝ ਹੋਇਆ ਉਹਨੂੰ ਆਪਾਂ ਕਿਵੇਂ ਇੰਟਰਪ੍ਰੀਟ ਕਰ ਸਕਦੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਹਾਲਾਤ ਨਾ ਹੋਣ, ਇਹਦੇ ਬਾਰੇ ਆਪਾਂ ਕੀ ਤਿਆਰੀ ਹੈ ਜਿਹੜੀ ਉਹ ਸਰਕਾਰ ਅਤੇ ਪੁਲਿਸ ਵੱਲੋਂ ਕੀਤੀ ਜਾ ਸਕਦੀ? ਦੇਖੋ, ਜੋ ਕੁਛ ਵੀ ਅੱਜ ਹੋਇਆ ਇਹ ਮੈਨੂੰ ਸਾਲ 2012 ਦੀ ਯਾਦ ਦਵਾ ਗਿਆ। ਸਾਲ 2012 ਦੇ ਦੌਰਾਨ ਜਦੋਂ ਬਲਵੰਤ ਸਿੰਘ ਰਾਜੋਆਣਾ ਹੋਣਾ ਨੂੰ ਫਾਂਸੀ ਦੇ ਹੁਕਮ ਹੋਏ ਸੀ ਤਾਂ ਉਸ ਵੇਲੇ ਪੂਰੇ ਪੰਜਾਬ 'ਚ ਖਾਸ ਕਰਕੇ ਪਟਿਆਲੇ ਦੇ ਵਿੱਚ ਇਹ ਰੌਲਾ ਪਿਆ ਸੀਗਾ। ਇਹੋ ਜਿਹਾ ਹੀ ਰੌਲਾ, ਇਸ ਤੋਂ ਜ਼ਿਆਦਾ ਖਤਰਨਾਕ ਸੀ ਜਾਂ ਇਹੋ ਜਿਹਾ ਰੌਲਾ ਮੈਂ ਬਰਾਬਰ ਦਾ ਰੌਲਾ ਦੇਖਿਆ ਸੀਗਾ। ਉਸ ਵੇਲੇ ਚਾਰੇ ਪਾਸੇ ਜਿਹੜੇ ਸੀਗੇ ਉਹ ਇਸ ਤਰ੍ਹਾਂ ਦੀਆਂ ਝੜਪਾਂ ਦੇਖਣ ਨੂੰ ਮਿਲੀਆਂ ਸੀ ਅਤੇ ਉਹ ਪਟਿਆਲੇ ਦੇ ਵਿੱਚ ਉਹ ਸਾਰੀ ਕਵਰੇਜ ਜਿਹੜੀ ਸੀ ਉਹ ਮੈਂ ਵਿੱਚ ਰਹਿ ਕੇ ਕੀਤੀ ਸੀ। ਅਤੇ ਉਸ ਦੌਰਾਨ ਵੀ ਆਰੀਆ ਸਮਾਜ ਚੌਂਕ ਦੇ ਵਿੱਚ ਵੀ ਇਹ ਕੁਛ ਹੋਇਆ। ਸੜਕਾਂ ਦੇ ਉੱਤੇ ਚਾਰੇ ਪਾਸੇ ਇਸ ਤਰ੍ਹਾਂ ਦੇ ਮਾਰਚ ਕੱਢੇ ਗਏ, ਨੰਗੀਆਂ ਤਲਵਾਰਾਂ ਲਹਿਰਾਈਆਂ ਗਈਆਂ, ਬਹੁਤ ਕੁਛ ਹੋਇਆ। ਅਤੇ ਉਸ ਦੌਰਾਨ ਜਿਹੜਾ ਆਰੀਆ ਸਮਾਜ ਚੌਂਕ ਸੀਗਾ, ਜਿਹੜਾ ਕਿ ਇਹਨਾਂ ਜਿਹੜੇ ਘਟਨਾਵਾਂ ਲਈ ਬਦਨਾਮ ਹੋ ਚੁੱਕਿਆ, ਉਹ ਕਾਫੀ ਉੱਥੇ ਇਹੋ ਜਿਹੇ ਕੰਮ ਹੋਏ। ਅਤੇ ਉਦੋਂ ਵੀ ਜਿਹੜਾ ਸੀਗਾ ਇਹ ਹਰੀਸ਼ ਸਿੰਗਲਾ ਹੋਣਾ ਦਾ ਜਿਹੜਾ ਸੀਗਾ ਉਸ ਵੇਲੇ ਮੇਰੇ ਖਿਆਲ ਦੇ SSP SK ਅਸਥਾਨਾ ਹੁੰਦੇ ਸੀ ਪਟਿਆਲੇ ਦੇ ਵਿੱਚ, ਅਤੇ ਉਦੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸੀ, ਮਾਰਚ ਕੱਢੇ ਗਏ ਸੀ ਅਤੇ ਉਦੋਂ ਕਾਫੀ ਝੜਪਾਂ ਵੀ ਹੋਈਆਂ ਸੀਗੀਆਂ। ਅਤੇ ਉਦੋਂ ਫਿਰ ਕਾਫੀ ਕੁਝ ਜਿਹੜੀਆਂ ਇਸ ਤਰ੍ਹਾਂ ਦੇ ਨੁਕਸਾਨ ਵੀ ਹੋਏ ਸੀ, ਗੱਡੀਆਂ ਵੀ ਨੁਕਸਾਨੀ ਗਈਆਂ ਸੀਗੀਆਂ ਅਤੇ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਸੀ ਉਸ ਟਾਈਮ। ਉਦੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਸੀਗਾ, ਪਰ ਇਹ ਜੋ ਅੱਜ ਹੋਇਆ ਇਹ ਬੇਹੱਦ ਮੰਦਭਾਗਾ। ਅਤੇ ਸਵਾਲ ਜਦੋਂ ਇਹ ਸਾਰੇ ਲੋਕ ਦੂਰ ਬੈਠੇ TV 'ਤੇ ਆਪਣੇ ਮੋਬਾਈਲ ਦੇ ਉੱਤੇ ਜਾਂ ਸੋਸ਼ਲ ਮੀਡੀਆ ਰਾਹੀਂ ਇਹਨਾਂ ਸਾਰੀਆਂ ਘਟਨਾਵਾਂ ਨੂੰ ਦੇਖ ਰਹੇ ਸੀ, ਅਤੇ ਉਹ ਇੱਕ ਨੂੰ ਨਹੀਂ, ਉਹ ਦੋਹਾਂ ਪਾਰਟੀਆਂ ਨੂੰ ਇਸ ਵਿੱਚ ਗਲਤ ਠਹਿਰਾ ਰਹੇ ਸੀ। ਮਾਮਲਾ ਕੁਛ ਵੀ ਹੈ, ਲੇਕਿਨ ਮੁੱਖ ਹੈਗਾ ਪੰਜਾਬ ਦੀ ਸ਼ਾਂਤੀ। ਪੰਜਾਬ ਜਿਹੜਾ ਬੇਹੱਦ ਮਾੜੇ ਹਾਲਾਤਾਂ ਦੇ ਵਿੱਚੋਂ ਲੰਘਿਆ ਹੈਗਾ, ਅਤੇ ਜੋ ਕੁਛ ਵੀ ਪਿਛਲੇ ਸਮੇਂ ਦੇ ਦੌਰਾਨ ਹੋਇਆ ਉਹ ਜੇਕਰ ਹੁਣ ਦੁਬਾਰਾ ਉਹ ਘਟਨਾਵਾਂ ਦੁਹਰਾਈਆਂ ਜਾਂਦੀਆਂ ਨੇ ਅਤੇ ਫਿਰ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਕੋਈ ਵੀ ਪੰਜਾਬ ਦਾ ਜਿਹੜਾ ਸੁਹਿਰਦ ਬੰਦਾ ਹੋਏਗਾ, ਪੰਜਾਬ ਦੀ ਸ਼ਾਂਤੀ ਲਈ ਸੁਹਿਰਦ ਬੰਦਾ ਹੋਏਗਾ ਜਾਂ ਪੰਜਾਬ ਨੂੰ ਪਿਆਰ ਕਰਨ ਵਾਲਾ ਹੋਏਗਾ, ਉਹ ਕੋਈ ਵੀ ਅਜਿਹਾ ਨਹੀਂ ਚਾਹੇਗਾ ਕਿ ਇਹ ਪੰਜਾਬ ਦੇ ਵਿੱਚ ਅਜਿਹਾ ਹੋਵੇ ਅਤੇ ਉਹ ਇਸ ਘਟਨਾ ਦੀ, ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰੇਗਾ। ਵੀਡੀਓਜ਼ ਜੋ ਸਾਹਮਣੇ ਆਈਆਂ ਨੇ ਉਹਦੇ ਵਿੱਚ ਸ਼ਰੇਆਮ ਜਿਹੜੀਆਂ ਸੀ, ਇਹਦੇ ਵਿੱਚ ਦੇਖੋ ਕਿਸੇ ਦਾ ਵੀ ਪੱਖ ਨਹੀਂ ਪੂਰਾ ਜਾਣਾ ਚਾਹੀਦਾ। ਜਿਹੜਾ ਵੀ ਕਸੂਰਵਾਰ ਹੈ ਉਹਦੇ 'ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਤਾਂ ਇਹ ਦੇਖ ਰਿਹਾ ਸੀ ਵੀ ਕਿੱਥੇ ਨੇ ਉਹ, ਕੀ ਹੋ ਰਿਹਾ ਇਹ ਸਾਰਾ ਕੁਛ, ਕਿੱਥੇ ਕੌਣ ਮੰਗ ਕਰ ਰਿਹਾ ਖਾਲਿਸਤਾਨ ਦੀ। ਜੇਕਰ ਖਾਲਿਸਤਾਨ ਦੇ ਲਹਿਰ ਇੰਨੀ ਮਜ਼ਬੂਤ ਸੀ ਤਾਂ ਫਿਰ ਉਹ ਲੋਕ, ਉਹਨਾਂ ਲੋਕਾਂ ਨੂੰ ਵੋਟਾਂ ਕਿਉਂ ਨਹੀਂ ਪਈਆਂ ਜਿਹੜੇ ਖਾਲਿਸਤਾਨ ਦੇ ਸਮਰਥਕ ਸੀਗੇ ਅਤੇ ਇਹਨਾਂ ਨੇ ਚੋਣਾਂ ਲੜੀਆਂ। ਉਹ ਲੋਕ ਵਾਰ-ਵਾਰ ਹੁਣ ਤੱਕ ਕਿਉਂ ਹਾਰ ਜਾਂਦੇ ਨੇ, ਉਹਨਾਂ ਦੀਆਂ ਜ਼ਮਾਨਤਾਂ ਕਿਉਂ ਜ਼ਬਤ ਹੋ ਜਾਂਦੀਆਂ ਨੇ ਜਿਹੜੇ ਲੋਕ ਖਾਲਿਸਤਾਨ ਦੇ ਸਮਰਥਕ ਹੁੰਦੇ ਨੇ ਅਤੇ ਉਹ ਵੋਟਾਂ ਦੇ ਵਿੱਚ ਖੜ੍ਹੇ ਹੋ ਜਾਂਦੇ ਨੇ। ਤੁਸੀਂ ਦੇਖੋ ਵੀ ਉਸ ਵੇਲੇ 2012 ਦੇ ਵਿੱਚ ਜਦੋਂ ਬਲਵੰਤ ਸਿੰਘ ਰਾਜੋਆਣਾ ਹੋਣਾ ਦੇ ਲਈ ਇਹ ਲਹਿਰ ਉੱਠੀ ਸੀ, ਉਦੋਂ ਬਾਅਦ ਜਦੋਂ ਚੋਣਾਂ ਆਈਆਂ 2014 ਦੀਆਂ, ਜਿੱਥੇ ਤੱਕ ਮੇਰਾ ਆਈਡੀਆ ਹੈਗਾ, ਤਾਂ ਉਸ ਵੇਲੇ ਇਹ ਸਾਰਾ ਉਹ ਬਲਵੰਤ ਸਿੰਘ ਰਾਜੋਆਣਾ ਦੀ ਹੁਣ ਦੀ ਭੈਣ ਜਿਹੜੀ ਸੀ ਬੀਬਾ ਕਮਲਦੀਪ ਕੌਰ, ਉਹਨਾਂ ਨੇ ਚੋਣ ਲੜੀ ਸੀ ਅਤੇ ਉਹਨਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ। ਉਹਨਾਂ ਨੂੰ ਮਤਲਬ ਪੁੱਛਿਆ ਹੀ ਕਿਸੇ ਨੇ ਨਹੀਂ। ਅਤੇ ਜੇ ਐਡੀ ਉਹ ਲਹਿਰ ਹੁੰਦੀ ਤਾਂ ਉਹ ਜਿਹੜਾ ਹੁਣ ਤੱਕ ਪੂਰਾ ਪੰਜਾਬ ਜਿਹੜਾ ਸੀਗਾ ਉਹਨਾਂ ਦੇ ਨਾਲ ਖਲੋਤਾ ਹੋਣਾ ਚਾਹੀਦਾ ਸੀਗਾ। ਠੀਕ ਹੈ, ਕੋਈ ਵੇਲਾ ਸੀਗਾ,
1999 ਦੇ ਵਿੱਚ ਜਿਹੜੀ ਇੱਕ ਵੱਡੀ ਲਹਿਰ ਜਿਹੜੀ ਉੱਠ ਕੇ ਉਹਨਾਂ ਦੇ ਹੱਕ ਦੇ ਵਿੱਚ ਹੋਈ ਸੀਗੀ, ਜਿਹੜੇ ਖਾੜਕੂ ਜਾਂ ਖਾੜਕੂਵਾਦ ਦੇ ਸਮਰਥਕ ਸੀਗੇ। ਪਰ ਉਹ ਗੁੱਸਾ ਖਾੜਕੂਵਾਦ ਦੇ ਸਮਰਥਨ ਦੇ ਵਿੱਚ ਘੱਟ ਤੇ ਪੰਜਾਬ ਸਰਕਾਰ ਵੱਲੋਂ ਜੋ ਕੁਝ ਵੀ ਉਸ ਵੇਲੇ ਕੀਤਾ ਜਾ ਰਿਹਾ ਸੀਗਾ ਜਾਂ ਕੇਂਦਰ ਦੀਆਂ ਸਰਕਾਰਾਂ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਸੀ ਉਹਦੇ ਵਿਰੁੱਧ ਵੱਧ ਸੀਗਾ। ਤੇ ਇਸੇ ਲਈ ਜਿਹੜੀ ਆ ਸਿਮਰਨਜੀਤ ਸਿੰਘ ਮਾਨ ਹੋਣੀ ਤੇ ਜੋ ਕੁਝ ਵੀ ਜਿੰਨੇ ਵੀ ਲੋਕ ਸੀਗੇ ਇਹ ਉਸ ਵੇਲੇ ਧਿਆਨ ਸਿੰਘ ਮੰਡ ਤੇ ਅਤਿੰਦਰਪਾਲ ਸਿੰਘ ਤੇ ਇਹ ਭਾਰੀ ਬਹੁਮਤ ਦੇ ਨਾਲ ਜਿਹੜੇ ਸੀਗੇ, ਇਹ ਭਾਰੀ ਵੋਟਾਂ ਦੇ ਨਾਲ ਇਹ ਜਿੱਤੇ ਸੀਗੇ। ਤੇ ਇਹ ਜਿਹੜੇ ਪਹਿਲੀ ਵਾਰ ਅਜਿਹਾ ਹੋਇਆ ਸੀਗਾ ਕਿ ਜਿਹੜੇ ਆਜ਼ਾਦ ਉਮੀਦਵਾਰ ਜਿਹੜੇ ਸੀ ਉਹ ਐਡੀ ਵੱਡੀ ਪੱਧਰ ਦੇ ਉੱਤੇ ਜਿੱਤੇ ਹੋਣ। ਪਰ ਉਦੋਂ ਬਾਅਦ ਜਿਹੜੇ ਸੀਗੇ ਸਾਰਾ ਕੁਝ ਜੋ ਕੁਝ ਵੀ ਵਾਪਰਿਆ ਤੇ ਉਦੋਂ ਬਾਅਦ ਜਿਹੜਾ ਸੀਗਾ ਉਹ ਮਤਲਬ ਆਪਣੇ ਆਪ ਦੇ ਵਿੱਚ ਸਾਬਤ ਕਰ ਗਿਆ ਕਿ ਕੋਈ ਵੀ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਜਾਂ ਕਿਸੇ ਚੀਜ਼ ਦਾ ਸਮਰਥਕ, ਅਜਿਹੀਆਂ ਚੀਜ਼ਾਂ ਦਾ ਸਮਰਥਕ ਨਹੀਂ ਹੈਗਾ। ਜਦੋਂ ਵੀ ਇਹੋ ਜਿਹੀ ਕੋਈ ਗੱਲ ਉੱਠਦੀ ਹੈ, ਹੁਣ ਤੁਸੀਂ ਦੇਖੋ ਵੀ ਮੈਮੋਰੈਂਡਮ 2020 ਯਾਨੀ ਕਿ ਰੈਫਰੈਂਡਮ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਰਾਏਸ਼ੁਮਾਰੀ, ਮਤਲਬ ਰੈਫਰੈਂਡਮ 2020 ਜਿਹੜਾ ਸੀਗਾ ਉਹ ਰੌਲਾ ਪਿਆ ਵੀ ਰੈਫਰੈਂਡਮ 2020 ਦੇ ਵਿੱਚ ਰੈਫਰੈਂਡਮ ਰਾਏਸ਼ੁਮਾਰੀ ਕਰਾਈ ਜਾਵੇਗੀ ਪੰਜਾਬ ਦੇ ਵਿੱਚ ਕਿ ਜਿਹੜੇ ਖਾਲਿਸਤਾਨ ਦੇ ਸਮਰਥਕ ਹੈ ਨੇ ਜਾਂ ਨਹੀਂ ਹੈ ਰਹੇ। ਉਹ ਕਿੱਧਰ ਗਿਆ? 2020 ਵੀ ਆ ਕੇ ਮੁੜ ਗਿਆ। ਉਹ ਕਿਤੇ ਬਾਹਰਲੇ ਦੇਸ਼ ਮੁਲਕਾਂ ਦੇ ਵਿੱਚ ਜ਼ਰੂਰ ਰੌਲਾ ਪੈਂਦਾ ਰਿਹਾ ਉਸ ਚੀਜ਼ ਦਾ। ਆਪਣਾ ਬਰਤਾਨੀਆ 'ਚ ਰੌਲਾ ਪਿਆ ਤੇ ਕੈਨੇਡਾ ਸਾਈਡਾਂ ਦੇ ਕਿਤੇ ਮਾੜਾ ਮੋਟਾ ਰੌਲਾ ਪੈਂਦਾ ਰਿਹਾ। ਹੋਰ ਕਿੱਥੇ ਸੀਗਾ ਉਹ ਕਿੱਧਰ ਗਿਆ? ਰਾਏਸ਼ੁਮਾਰੀ ਕਿੱਧਰ ਗਈ? ਉਹਦੇ ਨਾਂ ਦੇ ਉੱਤੇ ਜ਼ਰੂਰ ਇੱਥੇ ਕੁਝ ਨੌਜਵਾਨਾਂ ਦੇ ਉੱਤੇ ਪੁਲਿਸ ਤਸ਼ੱਦਦ ਤਾਂ ਜ਼ਰੂਰ ਹੋ ਗਿਆ, ਪਰ ਉਹ ਕਿੱਧਰ ਗਿਆ? 3 ਨੌਜਵਾਨਾਂ ਦੇ ਉੱਤੇ ਪਰਚੇ ਹੋਏ ਕਿਤੇ ਕੋਈ ਕਿਤੇ ਜਾ ਕੇ ਲੁਕ ਛਿਪ ਕੇ ਕੋਈ DC ਦਫ਼ਤਰ ਦੇ ਉੱਤੇ ਕੋਈ ਲਾ ਗਿਆ ਝੰਡਾ, ਕੋਈ ਕਿਤੇ ਲਾ ਗਿਆ, ਕੋਈ ਕਿਤੇ ਲਾ ਗਿਆ। ਉਹ ਕਿੱਧਰ ਗਿਆ? ਉਹ ਸਾਰਾ ਸਿਸਟਮ ਜਿਹੜਾ ਸੀਗਾ ਉਹ ਚੰਦ ਨੌਜਵਾਨਾਂ ਵੱਲੋਂ ਇਹ ਕਾਰਵਾਈ ਕਰ ਦੇਣਾ ਜਾਂ ਚੰਦ ਸ਼ਰਾਰਤੀ ਲੋਕਾਂ ਵੱਲੋਂ ਇਹ ਚੀਜ਼ਾਂ ਕਰ ਦੇਣਾ ਕਿ ਪੂਰੇ ਪੰਜਾਬ ਦੀ ਲਹਿਰ ਨਹੀਂ ਮੰਨੀ ਜਾ ਸਕਦੀ। ਇਹ ਨਾ ਇਹ ਤੇ ਜੇ ਇਹਦੀ ਆੜ ਦੇ ਵਿੱਚ ਕੁਝ ਲੋਕ ਸ਼ਰਾਰਤੀ ਅਨਸਰ ਜਿਹੜੇ ਨੇ ਉਹ ਇਹਨਾਂ ਅਜਿਹੀਆਂ ਜਥੇਬੰਦੀਆਂ ਦਾ ਵਿਰੋਧ ਕਰਨ ਦੇ ਲਈ ਆਪਣੇ ਜਿਹੜਾ ਉਹ ਲੀਡਰੀਆਂ ਚਮਕਾਉਣ ਲਈ ਜਾਂ ਗਨਮੈਨ ਲੈਣ ਲਈ ਇਹ ਸਾਰਾ ਕੁਝ ਕਰ ਰਹੇ ਹੋਣ ਤੇ ਉਹਨਾਂ ਦੇ ਉੱਤੇ ਵੀ ਤੇ ਜਿਹੜੇ ਲੋਕ ਇਹ ਚੀਜ਼ ਉਹਨਾਂ ਜਥੇਬੰਦੀਆਂ ਜਿਹੜੇ ਕਿ ਖਾਲਿਸਤਾਨ ਦਾ ਵਿਰੋਧ ਕਰਨ ਦੇ ਨਾਂ ਦੇ ਉੱਤੇ ਰੌਲਾ ਪਾ ਰਹੀਆਂ ਨੇ, ਉਹਨਾਂ ਦਾ ਵਿਰੋਧ ਕਰਨ ਲਈ ਜਿਹੜੀਆਂ ਜਥੇਬੰਦੀਆਂ ਆ ਕੇ ਖਾਲਿਸਤਾਨ ਦੇ ਸਮਰਥਨ 'ਚ ਖੜੀਆਂ ਹੋ ਰਹੀਆਂ ਨੇ, ਇਹ ਦੋਨੇ ਹੀ ਜਿਹੜੀਆਂ ਇਹ ਬਰਾਬਰ ਦੀਆਂ ਕਸੂਰਵਾਰ ਮੰਨੇ ਜਾਣਗੀਆਂ। ਜਦ ਕਿ ਪੁਲਿਸ ਦੇ ਵਿੱਚ ਜਿਹੜੇ ਅਧਿਕਾਰੀ, ਹੁਣ ਤੁਸੀਂ ਦੇਖੋ ਵੀ ਜਦੋਂ ਇਹ ਸਾਰਾ ਕਾਂਡ ਹੋ ਰਿਹਾ ਸੀ ਤਾਂ ਪੁਲਿਸ ਵਾਲੇ ਜਿਹੜੇ ਸੀ ਇਸ ਤਰ੍ਹਾਂ ਲੱਗ ਰਹੇ ਸੀ ਵੀ ਜਿਵੇਂ ਪੁਲਿਸ ਵਾਲਿਆਂ ਕੋਲ ਹੱਥ 'ਚ ਕੋਈ ਪਾਵਰ ਹੀ ਨਹੀਂ ਹੈਗੀ। ਉਹ ਪੁਲਿਸ ਕੁਛ ਕਰ ਹੀ ਨਹੀਂ ਰਹੀ ਸੀ, ਭੱਜ ਕੇ ਇੱਕ ਦੂਜੇ ਨੂੰ ਮਾੜਾ ਮੋਟਾ ਰੋਕ ਰਹੀ ਸੀ, ਜਾਂ ਇੰਝ ਲੱਗ ਰਿਹਾ ਸੀ ਵੀ ਉਹਨਾਂ ਕੋਲ ਫੋਰਸ ਹੀ ਨਹੀਂ ਹੈਗੀ। ਤੇ ਇੰਨਾ 8-10 ਦਿਨ ਪਹਿਲਾਂ ਇਹ ਸਾਰਾ ਕੁਛ ਜਿਹੜਾ ਸੀਗਾ ਦੱਸ ਦਿੱਤਾ ਜਾਣਾ, ਉਸ ਦੇ ਬਾਵਜੂਦ ਵੀ ਜਿਹੜੀ ਹੈ ਪੁਲਿਸ ਵੱਲੋਂ ਆਪਣੇ ਆਪ ਨੂੰ ਅਸਹਾਏ ਮਹਿਸੂਸ ਕਰਨਾ, ਉੱਥੇ ਕੋਈ ਫੋਰਸ ਦਾ ਸਹੀ ਢੰਗ ਨਾਲ ਨਾ ਹੋਣਾ, ਕੋਈ ਪਲੈਨਿੰਗ ਨਾ ਹੋਣਾ, ਤੇ ਆਪਣੇ ਆਪ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਇੱਕ ਤੋਂ ਇੱਕ ਬਾਅਦ ਵਾਪਰ ਜਾਣੀਆਂ। ਕਾਲੀ ਮਾਤਾ ਦੇ ਮੰਦਿਰ ਦੇ ਅੰਦਰ ਜਿਹੜੇ ਸ਼ਰਾਰਤੀ ਅਨਸਰਾਂ ਦੇ ਵੜ ਜਾਣਾ, ਅੰਦਰੋਂ ਪਥਰਾਅ ਹੋਣਾ ਜਾਂ ਬਾਹਰੋਂ ਪਥਰਾਅ ਹੋਣਾ ਜਾਂ ਫਾਇਰਿੰਗ ਹੋਣੀ, ਉਹਦੇ ਵਿੱਚ ਲੋਕਾਂ ਦਾ ਜ਼ਖਮੀ ਹੋ ਜਾਣਾ, ਇਹ ਆਪਣੇ ਆਪ ਦੇ ਵਿੱਚ ਬੜੀ ਸ਼ਰਮਨਾਕ ਘਟਨਾ ਹੈਗੀ ਹੈ। ਤੇ ਇਹ ਕੋਈ ਵੀ ਪੰਜਾਬ ਦਾ ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ, ਨਾ ਈਸਾਈ, ਕੋਈ ਵੀ ਬੰਦਾ ਪੰਜਾਬ ਨੂੰ ਪਿਆਰ ਕਰਨ ਵਾਲਾ ਇਹਨਾਂ ਘਟਨਾਵਾਂ ਦੇ ਸਮਰਥਨ ਦੇ ਵਿੱਚ ਨਹੀਂ ਆਵੇਗਾ। ਉਹ ਨਹੀਂ ਇਹਨਾਂ ਲੋਕਾਂ ਦੀ ਸਮਰਥਨ 'ਚ ਕਰੇਗਾ ਵੀ ਜਿਹੜੇ ਲੋਕਾਂ ਦੇ ਉੱਥੇ ਜਿਹੜੇ ਜ਼ਖਮੀ ਹੋਏ ਨੇ ਜਾਂ ਜੋ ਕੁਝ ਵੀ ਉਹਨਾਂ ਦੇ ਹੋਇਆ, ਉਹ ਕਦੇ ਵੀ ਫਿਰਕੂਵਾਦ ਦੇ ਵਿੱਚ ਨਹੀਂ ਪੈਣਗੇ। ਉਹ ਲੋਕ ਸਿਰਫ ਤੇ ਸਿਰਫ ਇਹ ਚਾਹੁੰਗੇ ਕਿ ਪੰਜਾਬ ਦੀ ਸ਼ਾਂਤੀ ਕਿਸੇ ਤਰੀਕੇ ਬਹਾਲ ਰੱਖੀ ਜਾਵੇ। ਇਹੋ ਜਿਹੇ ਅਨਸਰ ਜਿਹੜੇ ਵੀ ਕੁਛ ਕਿਸੇ ਚੀਜ਼ ਦਾ ਧਰਮ ਦਾ ਨਾਮ ਲੈ ਕੇ ਜਾਂ ਕਿਸੇ ਖਾਸ ਫਿਰਕੇ ਦਾ ਨਾਮ ਲੈ ਕੇ ਜਿਹੜਾ ਉਹ ਇਸ ਚੀਜ਼ ਨੂੰ ਵਧਾਵਾ ਦਿੰਦੇ ਨੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਤੇ ਜਿਹੜੇ ਅਧਿਕਾਰੀ ਇਸ ਮਾਮਲੇ ਨੂੰ ਜਿਹੜਾ ਉਹ ਨਜਿੱਠਣ ਦੇ ਵਿੱਚ ਨਾਕਾਮਯਾਬ ਰਹੇ ਨੇ, ਉਹ ਵੀ ਬਰਾਬਰ ਦੇ ਕਸੂਰਵਾਰ ਮੰਨੇ ਜਾਣਗੇ ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਵੇਗੀ। ਤੇ ਭਗਵੰਤ ਮਾਨ ਨੇ ਇਹੋ ਕੁਛ ਵੀ ਕੀਤਾ ਹੈ ਕਿ ਉਹਨਾਂ ਨੇ ਤੁਰੰਤ ਮੀਟਿੰਗ ਬੁਲਾਈ ਹੈ ਤੇ ਮੀਟਿੰਗ ਬੁਲਾ ਕੇ DGP ਨੂੰ ਇਸ ਦੇ ਜਾਂਚ ਦੇ ਹੁਕਮ ਦਿੱਤੇ ਨੇ। ਹੁਣ ਦੇਖੋ ਜਾਂਚ ਦੇ ਵਿੱਚ ਕੀ ਨਿਕਲ ਕੇ ਆਉਂਦਾ, ਪਰ ਮੈਨੂੰ ਉਹਦੇ ਵਿੱਚੋਂ ਕਿਤੇ ਨਾ ਕਿਤੇ ਉਹ ਸਾਜ਼ਿਸ਼ ਦੀ ਬੂ ਆ ਰਹੀ ਹੈ। ਉਹ ਗੱਲਾਂ ਬਾਤਾਂ ਤਾਂ ਇੱਥੇ ਇਹ ਵੀ ਚੱਲੀਆਂ ਨੇ ਕਿ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਉਹ ਨਵੀਂ ਬਣੀ ਹੈ, ਉਹ ਪੰਜਾਬ ਪੁਲਿਸ ਨੂੰ ਡਾਂਗ ਚੱਕਣ ਨੂੰ ਨਹੀਂ ਕਹਿ ਰਹੀ। ਉਹ ਕਹਿੰਦੇ ਡਾਂਗਾਂ ਨੇ ਪੁਲਿਸ ਵਾਲਿਆਂ ਨੇ ਲੁਕੋ ਰੱਖੀਆਂ ਨੇ ਹਜੇ ਫਿਲਹਾਲ ਦੀ ਘੜੀ, ਕਿ ਹਜੇ ਨਵੀਂ ਸਰਕਾਰ ਹੈ ਜੀ, ਜੇ ਹੁਣੀ ਆਂਦੇ ਡਾਂਗਾਂ ਭਰਾਉਣ ਲੱਗ ਜਾਣਗੇ ਤਾਂ ਲੋਕਾਂ ਦਾ ਐ ਨਹੀਂ ਪਤਾ ਕਿ ਕਿਹੜੇ ਪਾਸੇ ਨੂੰ ਜਿਹੜਾ ਪਾਸਾ ਵੱਟ ਕੇ ਉਹ ਪੈ ਜਾਣ। ਜਿਵੇਂ ਕਿ ਆਪਾਂ ਨੂੰ ਪਿਛਲੇ ਕਈ ਜਿਹੜੇ ਇਹਨਾਂ ਦੇ ਵੱਡੇ ਜਿਹੜੇ ਵੀ ਆਰਡਰ ਦਿੱਤੇ ਗਏ ਨੇ ਉਹਨਾਂ ਤੋਂ ਦੇਖਣ ਨੂੰ ਮਿਲਦਾ। ਜਿਹੜੇ ਜਗਾੜੂ ਰੇਹੜੀ ਵਾਲੇ ਸੀਗੇ ਉਹ ਆਰਡਰ ਇਹਨਾਂ ਨੇ ਵਾਪਸ ਲੈ ਲਏ,
ਫਿਰ ਜਿਹੜਾ ਬਿਜਲੀ ਵਾਲਾ ਮੁੱਦਾ ਹੈ ਉਹ ਹਜੇ ਤੱਕ ਪਤਾ ਹੀ ਨਹੀਂ ਕਿ ਉਹਦਾ ਕੀ ਆ, ਕੋਈ ਕਲੈਰਿਟੀ ਨਹੀਂ ਹੈਗੀ। 1 ਜੁਲਾਈ ਨੂੰ ਹੀ ਪਤਾ ਲੱਗੂਗਾ ਜਦੋਂ ਫਾਈਨਲ ਨੋਟੀਫਿਕੇਸ਼ਨ ਸਾਹਮਣੇ ਆਏਗੀ। ਤੇ ਐਵੇਂ ਹੀ ਕਰਦੇ ਕਰਦੇ ਕੋਈ ਵੀ ਜਿਹੜੇ ਨੇ ਭਗਵੰਤ ਮਾਨ ਹੋਣੀ ਹਜੇ ਤੱਕ ਐਂ ਲੱਗ ਰਿਹਾ ਕਿ ਬੜੇ ਫੂਕ ਕੇ ਕਦਮ ਰੱਖ ਰਹੇ ਨੇ। ਤੇ ਐ ਨਾ ਹੋਵੇ ਕਿ ਜਦੋਂ ਨੂੰ ਕੱਲ ਨੂੰ ਕੋਈ ਇਹੋ ਜਿਹੇ ਹਾਲਾਤ ਦੁਬਾਰਾ ਹੋਣ ਤਾਂ ਉਹ ਕੋਈ ਡਿਸੀਜਨ ਨਾ ਲੈ ਸਕਣ, ਕਿਉਂਕਿ ਅੱਜ ਵੀ ਇਹੀ ਦੇਖਿਆ ਕਿ ਕੋਈ ਡਿਸੀਜਨ ਲਿਆ ਨਹੀਂ ਗਿਆ। ਇਹ ਤਾਂ ਚਲੋ ਸ਼ੁਕਰ ਹੈ ਵੀ ਪੰਜਾਬ ਦੇ ਵਿੱਚ ਤੇ ਪਟਿਆਲੇ ਦੇ ਵਿੱਚ ਲੋਕ ਇੰਨੇ ਸੁਹਿਰਦ ਨੇ ਕਿ ਆਪਸ ਦੇ ਵਿੱਚ ਉੱਥੇ ਤੱਕ ਗੱਲ ਨਹੀਂ ਪਹੁੰਚੀ ਕਿ ਜਿੱਥੇ ਜਾਨ ਮਾਲ ਦਾ ਨੁਕਸਾਨ ਹੁੰਦਾ। ਪਰ ਇੱਕ ਵਾਰੀ ਤਾਂ ਉਹੋ ਜਿਹੇ ਹਾਲਾਤ ਬਣ ਗਏ ਸੀਗੇ ਜਿੱਥੇ ਕੋਈ ਵੱਡੀ ਘਟਨਾ ਹੋ ਸਕਦੀ ਸੀ ਜਾਂ ਦੁਰਘਟਨਾ ਵਾਪਰ ਸਕਦੀ ਸੀ। ਦੇਖੋ, ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਵੀ ਕੋਈ ਵੱਡਾ ਡਿਸੀਜਨ ਨਹੀਂ ਲੈ ਸਕਦੇ ਸੀਗੇ। ਡਿਸੀਜਨ ਜਿਹੜਾ ਤੁਸੀਂ ਦੇਖੋ ਵੀ ਲੰਬੀ ਦੇ ਵਿੱਚ ਜੋ ਕੁਝ ਵੀ ਪਿਛਲੇ ਸਮੇਂ ਦੌਰਾਨ ਕਿਸਾਨਾਂ ਨੂੰ ਹੋਇਆ, ਲਾਠੀਚਾਰਜ ਉੱਤੇ ਹੋਇਆ, ਪਰ ਉਦੋਂ ਬਾਅਦ ਲਾਠੀਚਾਰਜ ਕਰਨ ਵਾਲੇ ਜਿਹੜੇ ਸੀਗੇ ਲੋਕਾਂ ਦੇ ਅਧਿਕਾਰੀਆਂ ਦੇ ਉੱਤੇ ਜਿਹੜੇ ਜਿਸ ਤਰ੍ਹਾਂ ਦਾ ਐਕਸ਼ਨ ਹੋਇਆ, ਉਸ ਤੋਂ ਬਾਅਦ ਫਿਰ ਅਫਸਰਾਂ ਦੇ ਵਿੱਚ ਵੀ ਡਰ ਦਾ ਮਾਹੌਲ ਹੋਇਆ ਵੀ ਅਸੀਂ ਕੀ ਲੈਣਾ। ਜੇ ਸਰਕਾਰ ਕਹੇਗੀ ਤਾਂ ਅਸੀਂ ਕਰ ਲਾਂਗੇ, ਸਾਨੂੰ ਅਸੀਂ ਆਪਣੇ ਆਪ ਨੂੰ ਵਿੱਚ ਬਿਨਾਂ ਮਤਲਬ ਦਾ ਰੱਸਾ ਤੜਾਉਣ ਨੂੰ ਕੀ ਸਾਡੇ ਪਿਆ ਹੋਇਆ। ਤਾਂ ਇਹ ਜਦੋਂ ਅਜਿਹੀਆਂ ਕਾਰਵਾਈਆਂ ਹੁੰਦੀਆਂ ਨੇ ਪੁਲਿਸ ਅਧਿਕਾਰੀਆਂ ਦੇ ਉੱਤੇ, ਤਾਂ ਫਿਰ ਉਹ ਜਾਂ ਜਿਹੜੇ ਵੀ ਲੋਕਲ ਪ੍ਰਸ਼ਾਸਨ ਦੇ ਅਧਿਕਾਰੀ ਹੁੰਦੇ ਨੇ, ਤਾਂ ਫਿਰ ਕਿਤੇ ਨਾ ਕਿਤੇ ਜਿਹੜੇ ਅਧਿਕਾਰੀ ਉਹਨਾਂ ਦੇ ਮਨ ਦੇ ਵਿੱਚ ਆਪਣੀਆਂ ਨੌਕਰੀਆਂ ਬਚਾਉਣ ਦੇ ਨਾਲ ਨਾਲ ਆਪਣੇ ਪਰਿਵਾਰਾਂ ਦਾ ਵੀ ਧਿਆਨ ਆਉਂਦਾ। ਹੁਣ ਦੇਖੋ ਵੀ ਜਿਹੜੀ ਜੋ ਕੁਝ ਵੀ ਇਹ ਹੋਇਆ ਅੱਜ, ਉਹਦੇ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ, ਠੀਕ ਹੈ, ਤੇ ਉਹਦੇ ਵਿੱਚ ਜਿਹੜੇ ਨੇ ਆਮ ਲੋਕ ਵੀ ਜ਼ਖਮੀ ਹੋਏ ਨੇ, ਫਾਇਰਿੰਗ ਹੋਈ ਆ। ਮੰਦਿਰ ਦੇ ਵਿੱਚ ਵੜ ਕੇ ਜੋ ਕੁਝ ਕੀਤਾ ਜਾ ਬੇਹੱਦ ਸ਼ਰਮਨਾਕ ਕਿਹਾ ਜਾਏਗਾ ਉਸ ਨੂੰ। ਕਿਸੇ ਧਾਰਮਿਕ ਸਥਲ ਦੇ ਵਿੱਚ ਕਿਸੇ ਦੀ ਉਹ ਆਸਥਾ ਦਾ ਕੇਂਦਰ ਹੈਗਾ, ਉਹ ਤੁਸੀਂ ਉੱਥੇ ਵੜ ਕੇ ਜੋ ਕੁਝ ਵੀ ਹੋ ਰਿਹਾ ਹੈ ਉਹ ਬਿਲਕੁਲ ਵੀ ਕਬੂਲ ਨਹੀਂ ਕੀਤਾ ਜਾਣਾ ਚਾਹੀਦਾ, ਉਹ ਚਾਹੇ ਕਿਸੇ ਵੀ ਧਰਮ ਦੇ ਮਾਮਲੇ ਦੇ ਵਿੱਚ ਹੋਵੇ। ਤਾਂ ਇਹ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਿਹੜੇ ਵੀ ਲੋਕਾਂ ਨੇ ਕਿਸੇ ਨੂੰ ਭੜਕਾਇਆ ਜਾਂ ਜਿਹੜੇ ਭੜਕ ਕੇ ਕਿਸੇ ਪਾਸੇ ਚਲੇ ਗਏ, ਇਹ ਸਾਰਾ ਦਾ ਸਾਰਾ ਜਿਹੜਾ ਕਿਤੇ ਨਾ ਕਿਤੇ ਇਹਦੇ ਪਿੱਛੇ ਖੇਡ ਹੈ। ਖੇਡ ਕੀ ਆ ਕਿ ਇਹਦੇ ਪਿੱਛੇ ਅੱਗੇ ਇਲੈਕਸ਼ਨ ਆ ਰਹੀ ਹੈ 2-3 ਸਟੇਟਾਂ ਦੇ ਵਿੱਚ, ਹਿਮਾਚਲ ਦੇ ਵਿੱਚ ਆ ਰਹੀ ਹੈ, ਹਰਿਆਣੇ ਦੇ ਵਿੱਚ ਆ ਰਹੀ ਹੈ, ਗੁਜਰਾਤ ਦੇ ਵਿੱਚ ਆ ਰਹੀ ਹੈ। ਇਹ ਪੰਜਾਬ ਦੇ ਹਾਲਾਤ ਵਿਖਾਏ ਜਾਣਗੇ ਉੱਥੇ ਕਿ ਦੇਖੋ ਜੀ ਇਹਨਾਂ ਨੂੰ ਤਾਂ ਉੱਥੇ ਸਟੇਟ ਚਲਾਉਣੀ ਉਹ ਨਹੀਂ ਆਉਂਦੀ। ਇਹ ਇੱਥੇ ਜਿਹੜਾ ਹਾਲਾਤ ਦੇਖੋ ਕਿੱਦਾਂ ਦੇ ਹੋਏ ਪਏ ਨੇ, ਇਹਨਾਂ ਕੋਲ ਕਾਬੂ 'ਚ ਹੀ ਨਹੀਂ ਆ ਰਿਹਾ। ਉੱਥੇ ਹਿੰਦੂ ਜਿਹੜੀ ਆ ਉਹ ਜਿਹੜੀ ਕੌਮ ਹੈ ਉਹ ਬੜੀ ਖਤਰੇ ਦੇ ਵਿੱਚ ਹੈ। ਜਿਸ ਤਰ੍ਹਾਂ ਦੀ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਧਰਮ ਦਾ ਪੱਤਾ ਖੇਡਿਆ ਗਿਆ, ਇਹ ਕਿਤੇ ਨਾ ਕਿਤੇ ਉਸ ਨੂੰ ਜਿਹੜੇ ਸੂਝਵਾਨ ਲੋਕ ਨੇ ਤੇ ਜਿਹੜੇ ਸਮਾਜ ਦੇ ਚਿੰਤਕ ਨੇ ਉਹ ਇਸ ਨੂੰ ਉੱਧਰ ਜੋੜ ਕੇ ਵੀ ਵੇਖ ਰਹੇ ਨੇ। ਤੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਕੋਈ ਪਿਛਲੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਪੰਜਾਬ ਦਾ ਮਾਹੌਲ ਵਿਗੜਿਆ, ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਘਟਨਾਵਾਂ ਹੋ ਰਹੀਆਂ ਨੇ, ਕਿਤੇ ਕੋਈ ਕਤਲ ਹੋ ਰਿਹਾ, ਕਿਤੇ ਕੋਈ ਖੋਹ ਹੋ ਰਹੀ ਹੈ, ਕਿਤੇ ਕੋਈ ਗੈਂਗਵਾਰ ਹੋ ਰਹੀ ਹੈ, ਉਹ ਲਗਾਤਾਰ ਜਿੱਦਾਂ ਕਤਲ ਹੋ ਰਹੇ ਨੇ। ਤੇ ਉਸ ਤੋਂ ਬਾਅਦ ਜਿਹੜੀ ਆ ਵੱਡੀ ਘਟਨਾ ਹੋਈ ਆ, ਇਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹਾ ਜਾਏਗਾ ਕਿ ਇਹ ਭਗਵੰਤ ਮਾਨ ਸਰਕਾਰ ਕੋਲੋਂ ਲਾਅ ਐਂਡ ਆਰਡਰ ਮੇਨਟੇਨ ਨਹੀਂ ਹੋ ਰਿਹਾ, ਤੇ ਇਹ ਸਰਕਾਰ ਨੂੰ ਡੇਗਣ ਦੀ ਇੱਕ ਵੱਡੀ ਸਾਜ਼ਿਸ਼ ਵੀ ਮੰਨੀ ਜਾ ਸਕਦੀ ਹੈ ਇਸ ਨੂੰ। ਤਾਂ ਪਰ ਮੈਂ ਇਹ ਫੇਰ ਕਹਿਣਾ ਕਿ ਭਗਵੰਤ ਮਾਨ ਸਰਕਾਰ ਜਿਹੜੀ ਹੈ ਇਸ ਮਾਮਲੇ ਨੂੰ ਸਖਤੀ ਨਾਲ ਨਜਿੱਠਿਆ ਜਾਣਾ ਵੀ ਚਾਹੀਦਾ ਹੈ। ਤੇ ਜਿਹੜੇ ਵੀ ਲੋਕ ਇਹਦੇ ਵਿੱਚ ਕਸੂਰਵਾਰ ਹੋਣਗੇ ਉਹਨਾਂ ਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਿਸੇ ਵੀ ਸੰਗਠਨ, ਕਿਸੇ ਵੀ ਭਾਈਚਾਰੇ ਨੂੰ, ਕਿਸੇ ਵੀ ਅਜਿਹੇ ਵਿਅਕਤੀ ਜਾਂ ਸੰਗਠਨ ਦਾ ਸਮਰਥਨ ਨਹੀਂ ਕੀਤਾ ਜਾਣਾ ਚਾਹੀਦਾ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ। ਤੁਸੀਂ ਦੇਖੋ ਵੀ ਜਿਹੜੇ ਅੱਜ ਲੋਕ ਉੱਥੇ ਪਹੁੰਚੇ ਹੋਏ ਸੀ, ਹਰੀਸ਼ ਸਿੰਗਲਾ ਤੇ ਉਹਦੇ ਸਾਥੀਆਂ ਤੋਂ ਇਲਾਵਾ ਜਾਂ ਦੂਜੇ ਲੋਕ, ਉਹ ਤੁਸੀਂ ਦੇਖੋ ਉਹਨਾਂ ਦੇ ਪਟਿਆਲੇ ਦੇ ਲੋਕ ਕਿੰਨੇ ਕੁ ਸੀਗੇ ਉਹਦੇ ਵਿੱਚ। ਬਹੁਤ ਸਾਰੇ ਲੋਕੀ ਤਾਂ ਬਾਹਰੋਂ ਆਏ ਹੋਏ ਸੀਗੇ ਤੇ ਬਹੁਤ ਸਾਰੇ ਲੋਕੀ ਪੁਲਿਸ ਨੇ ਚੱਕ ਵੀ ਲਈ, ਤਾਂ ਪਰ ਬੰਦੇ ਤਾਂ ਬਾਹਰੋਂ ਸਾਰੇ ਆਏ ਹੋਏ ਸੀਗੇ। ਇਹ ਸਾਰੀ ਇੱਕ ਭੜਕਾਊ ਕਾਰਵਾਈ ਜਿਹੜੀ ਸੀਗੀ ਉਹ ਕੀਤੀ ਗਈ। ਤੇ ਭੜਕਾਊ ਕਾਰਵਾਈ ਸਿਰਫ ਇਹ ਅੱਜ ਤੋਂ ਨਹੀਂ ਹੋ ਰਹੀ ਹੈ, ਬੜੇ ਸਮੇਂ ਤੋਂ ਹੋ ਰਹੀ ਹੈ। ਤੇ ਰਹਿ ਕੇ ਭੜਕਾਊ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਨੇ। ਇਹਦੇ ਪਿੱਛੇ ਦੇ ਮਕਸਦ ਕੀ ਨੇ? ਬਹੁਤ ਵਾਰੀ ਲੋਕੀ ਜਿਹੜੇ ਭੜਕਾਊ ਕਾਰਵਾਈ ਕਰਦੇ ਨੇ ਉਹ ਜੇਲ੍ਹਾਂ ਵੀ ਕੱਟ ਕੇ ਆ ਚੁੱਕੇ ਨੇ, ਉਹਨਾਂ ਨੂੰ ਅੰਦਰ ਵੀ ਕਰ ਦਿੱਤਾ ਜਾਂਦਾ ਹੈ। ਫਿਰ ਉਹਨਾਂ ਨੂੰ ਗਨਮੈਨ ਦੇ ਦਿੰਦੀ ਹੈ ਸਰਕਾਰ ਵੀ ਉਹ ਆਪਣੀਆਂ ਲੀਡਰੀਆਂ ਚਮਕਾਈ ਜਾਣ, ਕੁਛ ਕਰਨ। ਇਹ ਸਾਰਾ ਦਾ ਸਾਰਾ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਸਾਰੀ ਚੀਜ਼ ਨੂੰ ਜਿਹੜੀ ਆ ਉਹ ਘੋਖਣਾ ਚਾਹੀਦਾ ਸਰਕਾਰ ਨੂੰ। ਤੇ ਉਹ ਸਾਰੀ ਘੋਖ ਕੇ ਜਿਹੜੇ ਵੀ ਲੋਕ ਕਸੂਰਵਾਰ ਨੇ, ਕੋਈ ਵੀ ਕਸੂਰਵਾਰ ਆ, ਕੋਈ ਵੀ ਭਾਈਚਾਰੇ ਦਾ ਬੰਦਾ, ਕੁਛ ਵੀ ਹੈਗਾ, ਪੰਜਾਬ ਦੀ ਸ਼ਾਂਤੀ ਤੋਂ ਉੱਤੇ ਕੋਈ ਵੀ ਚੀਜ਼ ਨਹੀਂ ਹੋਣੀ ਚਾਹੀਦੀ। ਤੇ ਨਾ ਹੀ ਕਿਸੇ ਨੂੰ ਇਸ ਵੇਲੇ ਜਦੋਂ ਇਹ
ਕਿਸੇ ਕਸੂਰਵਾਰ ਬੰਦੇ ਦੇ ਉੱਤੇ ਜੇਕਰ ਕਿਸੇ ਕੋਈ ਕਾਰਵਾਈ ਹੁੰਦੀ ਆ ਤੇ ਕਿਸੇ ਵੀ ਭਾਈਚਾਰੇ ਕਿਸੇ ਵੀ ਧਰਮ ਵਿਸ਼ੇਸ਼ ਦੇ ਬੰਦੇ ਨੂੰ ਇਸ ਦੇ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਚਲੋ ਇੱਕ ਸੁੱਖ ਵਾਲੀ ਗੱਲ ਹੈ। ਦੂਜੇ ਪਾਸੇ ਇਹ ਵੀ ਹੈ ਕਿ ਰਾਜਨੀਤਿਕ ਪਾਰਟੀਆਂ ਨੇ ਅੱਜ ਇਹਦੇ ਉੱਤੇ ਕੋਈ ਰਾਜਨੀਤੀ ਨਹੀਂ ਕੀਤੀ ਹੈ। ਪ੍ਰਤਾਪ ਸਿੰਘ ਬਾਜਵਾ ਹੋਣੀ ਨੇ, LOP ਨੇ, ਉਹਨਾਂ ਨੇ ਵੀ ਵੀਡੀਓ ਨਸ਼ਰ ਕਰਕੇ ਕਿਹਾ ਕਿ ਸ਼ਾਂਤੀ ਬਣਾਈ ਰੱਖੋ। ਦੂਜੇ ਪਾਸੇ ਰਾਜਾ ਵੜਿੰਗ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ, ਕਾਂਗਰਸ ਪ੍ਰਧਾਨ ਨੇ, ਉਹਨਾਂ ਨੇ ਵੀ ਇਹੀ ਕਿਹਾ ਵੀ ਸ਼ਾਂਤੀ ਹੈ ਜਿਹੜੀ ਦੋਨੋਂ ਭਾਈਚਾਰਿਆਂ ਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਜਿਹੜਾ ਆਪਸੀ ਸਾਂਝ ਹੈ ਪੰਜਾਬ ਦੀ ਉਹ ਖਤਮ ਨਹੀਂ ਕਰਨੀ ਚਾਹੀਦੀ। ਤੀਜੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਇਸ ਪੂਰੇ ਮਾਮਲੇ ਦੇ ਵਿੱਚ ਸਭ ਤੋਂ ਜ਼ਿਆਦਾ ਬਦਨਾਮ ਹੋ ਰਹੀ ਸੀ, ਸ਼ਿਵ ਸੈਨਾ, ਉਹਨਾਂ ਨੇ ਪੱਤਰ ਜਾਰੀ ਕਰਕੇ ਆਪਣੇ ਲੈਟਰ ਹੈਡ ਤੇ ਕਹਿਤਾ ਕਿ ਸਾਡਾ ਹਰੀ ਸਿੰਘਲਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ, ਕਹਿੰਦੇ ਅਸੀਂ ਪਾਰਟੀ 'ਚੋਂ ਬਾਹਰ ਕੱਢਦੇ ਹਾਂ। ਇਹਦੇ ਉੱਤੇ ਵੀ ਸਵਾਲ ਅੱਗੇ ਪਿੱਛੇ ਹੁੰਦੇ ਰਹੇ ਨੇ ਕਿ ਇਹ ਪ੍ਰਧਾਨ ਹੈਗੇ ਵੀ ਨੇ ਜਾਂ ਨਹੀਂ ਹੈਗੇ ਨੇ, ਕਿਉਂਕਿ ਬਾਰ-ਬਾਰ ਇਹਦੇ ਉੱਤੇ ਕਦੀ ਇਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਸੀ, ਕਦੇ ਇੱਕ ਹੋਰ ਪ੍ਰਧਾਨ ਖੰਨੇ ਵਾਲੀ ਸਾਈਡ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਸੀ। ਸੋ ਹਜੇ ਤੱਕ ਇਹ ਵੀ ਜਿਹੜੀ ਗੱਲਬਾਤ ਉਹ ਕਲੀਅਰ ਨਹੀਂ ਸੀਗੀ। ਹੁਣ ਇਹ ਕਲੀਅਰ ਹੋ ਗਿਆ ਕਿ ਹਰੀ ਸਿੰਘਲਾ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢਤਾ, ਨਾ ਕਿ ਬਾਹਰ ਕੱਢਿਆ। ਜਦੋਂ ਹਰੀ ਸਿੰਘਲਾ ਹੋਣੀ ਕਾਲੀ ਮਾਤਾ ਮੰਦਿਰ ਪਹੁੰਚੇ ਜਿੱਥੇ ਕਿ ਮੀਟਿੰਗ ਚੱਲ ਰਹੀ ਸੀਗੀ, ਉੱਥੇ ਜਾਂਦੇ ਸਾਰੇ ਮੀਟਿੰਗ ਦੇ ਵਿੱਚ ਕਹਿੰਦੇ ਬਹਿਣਾ ਚਾਹਿਆ ਤੇ ਉੱਥੋਂ ਵੀ ਕਹਿੰਦੇ ਇਹਨਾਂ ਦੇ ਨਾਲ ਥੱਪੜ ਮੁੱਕੇ ਹੋਏ ਨੇ ਤੇ ਜਿਹੜੀ ਕਮੇਟੀ ਸੀਗੀ ਕਾਲੀ ਮਾਤਾ ਮੰਦਿਰ ਦੀ, ਉਹਨਾਂ ਦੇ ਲੋਕਾਂ ਵੱਲੋਂ ਇਹਨਾਂ ਦੀ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ ਹੈ ਤੇ ਇਹਨਾਂ ਦੇ ਉੱਤੇ ਪਥਰਾਅ ਵੀ ਜਿਹੜਾ ਉਹ ਬਾਅਦ ਦੇ ਵਿੱਚ ਹੋਇਆ। ਦੇਖੋ ਜੋ ਕੁਝ ਵੀ ਹੋਇਆ ਉਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਉਹ ਹਰੀ ਸਿੰਘਲਾ ਦੇ ਉੱਤੇ ਵੀ ਜਿਹੜਾ ਕੁਝ ਹੋਇਆ ਉਹ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੋਇਆ। ਜੋ ਕੁਝ ਵੀ ਘਟਨਾ ਵਾਪਰੀ ਹੈ ਇਹ ਆਪਸ 'ਚ ਲੜੇ ਨੇ, ਉੱਥੇ ਇਹਨਾਂ ਦੀ ਗੱਡੀ ਦੇ ਉੱਤੇ ਇੱਟਾਂ ਮਾਰੀਆਂ ਗਈਆਂ ਤੇ ਉੱਥੇ ਜਿਹੜੇ ਲੋਕ ਖੜੇ ਸੀਗੇ ਉਹਨਾਂ ਦਾ ਇਹ ਦੋਸ਼ ਸੀਗਾ ਕਿ ਇਸ ਬੰਦੇ ਦੇ ਕਾਰਨ ਹਰੀਸ਼ ਸਿੰਘਲਾ ਦੇ ਕਾਰਨ ਹੀ ਸਾਡੀ ਕਾਲੀ ਮਾਤਾ ਦੇ ਮੰਦਿਰ ਦੇ ਵੀ ਅੱਜ ਬੇਦਬੀ ਹੋਈ ਹੈ ਤੇ ਇਹ ਸਾਰਾ ਕਸੂਰਵਾਰ ਇਹ ਬੰਦਾ ਹੈਗਾ। ਤੇ ਉਹ ਸਾਰਾ ਗੁੱਸਾ ਜਿਹੜਾ ਸੀ ਆਪਣਾ ਹਰੀਸ਼ ਸਿੰਘਲਾ ਦੇ ਉੱਤੇ ਕੱਢ ਰਹੇ ਸੀ, ਗੱਡੀ ਦੇ ਉੱਤੇ ਪੱਥਰ ਮਾਰ ਕੇ, ਉੱਥੇ ਉੱਪਰ 2 ਹੱਥੜ ਮਾਰ ਕੇ ਤੇ ਉਹ ਇੱਟਾਂ ਰੋੜੇ ਮਾਰ ਕੇ ਉਹਨੂੰ ਸਬਕ ਸਿਖਾਉਣ ਦੇ ਮੂਡ ਦੇ ਵਿੱਚ ਸੀਗੇ। ਪਰ ਇਸ ਦੌਰਾਨ ਜਿਹੜੇ ਸੀ ਹਰੀਸ਼ ਸਿੰਘਲਾ ਹੁਣੀ ਆਪਣੀ ਗੱਡੀ ਉੱਥੋਂ ਭਜਾ ਕੇ ਨਿਕਲ ਗਏ ਤੇ ਉੱਥੇ ਉਹ ਕਾਫੀ ਮਾਹੌਲ ਜਿਹੜਾ ਗੰਭੀਰ ਹੋਇਆ ਸੀ। ਪਰ ਇੱਥੇ ਵੇਖਣ ਵਾਲੀ ਗੱਲ ਇਹ ਸੀ ਕਿ ਜਦੋਂ ਇਹ ਸਾਰੀ ਘਟਨਾ ਵਾਪਰ ਰਹੀ ਸੀ ਉਦੋਂ ਪੁਲਿਸ ਜਿਹੜੀ ਸੀ ਉੱਥੇ ਮੌਕੇ 'ਤੇ ਮੌਜੂਦ ਸੀ ਤੇ ਉਹਨਾਂ ਨੇ ਕਿਸੇ ਨੇ ਵੀ ਉਹਨਾਂ ਨੂੰ ਉੱਥੇ ਹਰੀਸ਼ ਸਿੰਘਲਾ ਦੀ ਗੱਡੀ ਦੇ ਉੱਤੇ ਹਮਲਾ ਕਰਨ ਤੋਂ ਰੋਕਿਆ ਨਹੀਂ। ਇਹ ਵੀ ਆਪਣੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਹੈ ਕਿ ਕੀ ਪੁਲਿਸ ਵਾਲੇ ਵੀ ਇਸ ਗੱਲ ਤੋਂ ਤੰਗ ਸੀਗੇ ਵੀ ਇਹਨਾਂ ਨੂੰ ਲੜ ਕੇ ਇਹਨਾਂ ਨੂੰ ਇਹ ਬੰਦਾ ਪੁਲਿਸ ਵਾਲੇ ਵੀ ਇਹ ਕਸੂਰਵਾਰ ਮੰਨ ਰਹੇ ਸੀ ਹਰੀਸ਼ ਸਿੰਘਲਾ ਨੂੰ ਵੀ ਇਹਨਾਂ ਨੂੰ ਲੜਨ ਦਿਓ ਤੇ ਇਸੇ ਦੀ ਛਿੱਤਰ ਪਰੇਡ ਕਰਨ ਦਿਓ, ਆਪਾਂ ਬਾਅਦ 'ਚ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ। ਇਹ ਵੀ ਆਪਣੇ ਆਪ ਦੇ ਵਿੱਚ ਜਿਹੜੀ ਆ ਡਿਊਟੀ 'ਚ ਕੋਤਾਹੀ ਕਹੀ ਜਾਏਗੀ, ਕਿਉਂਕਿ ਜੇ ਉੱਥੇ ਕੋਈ ਵੱਡੀ ਘਟਨਾ ਵਾਪਰ ਜਾਂਦੀ ਜਾਂ ਹਰੀਸ਼ ਸਿੰਘਲਾ ਨੂੰ ਉਹ ਕੋਈ ਨੁਕਸਾਨ ਪਹੁੰਚਾ ਜਾਂਦੇ ਤਾਂ ਵੀ ਅੱਗੇ ਦਾ ਪੰਜਾਬ ਦਾ ਮਾਹੌਲ ਖਰਾਬ ਹੁੰਦਾ। ਕੀ ਪਤਾ ਕਿਹੜੇ ਬੰਦਿਆਂ ਦਾ ਕੀ ਗੱਲ ਦਾ ਬਤੰਗੜ ਬਣਾ ਕੇ ਕਿਸ ਚੀਜ਼ ਨੂੰ ਬਣਾ ਕੇ ਅੱਗੇ ਪੇਸ਼ ਕਰ ਦਿੰਦੇ, ਨੁਕਸਾਨ ਪਹੁੰਚਾ ਦਿੰਦੇ ਵੀ ਇਹ ਤਾਂ ਕਿਹੜੀ ਪਾਰਟੀ ਦੇ ਬੰਦੇ ਜਾਂ ਕਿਹੜੇ ਗਰੁੱਪ ਦੇ ਬੰਦੇ ਨੇ। ਤੋ ਇਸ ਮਾਮਲੇ ਨੂੰ ਵੀ ਜਿਹੜਾ ਉਹ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਸੀ, ਪਰ ਨਹੀਂ ਲਿਆ। ਉਹ ਉੱਥੋਂ ਨਿਕਲ ਗਏ। ਅੱਗੇ ਚੱਲ ਕੇ ਹੁਣ ਕਰਫਿਊ ਵੀ ਲਾ ਦਿੱਤਾ ਗਿਆ। ਕਰਫਿਊ ਲੱਗਣ ਤੋਂ ਬਾਅਦ ਅੱਗੇ ਕਹਾਣੀਆਂ ਜਿਹੜੀਆਂ ਨੇ ਉਹ ਅੱਗੇ ਤੁਰਨਗੀਆਂ ਵੀ ਫੜੋ ਫੜਾਈ ਵੀ ਹੋਏਗੀ, ਪਰਚੇ ਵੀ ਪੁਲਿਸ ਵੱਲੋਂ ਦਰਜ ਕੀਤੇ ਜਾਣਗੇ। ਜਿਵੇਂ SSP ਨਾਨਕ ਸਿੰਘ ਨੇ ਦੱਸਿਆ ਕਿ ਪਰਚਾ ਵੀ ਹੋਵੇਗਾ ਸਾਰਿਆਂ ਦੇ ਉੱਤੇ ਤੇ ਗ੍ਰਿਫਤਾਰੀ ਵੀ ਹੋਏਗੀ। ਪਰ ਜੇ SSP ਨਾਨਕ ਸਿੰਘ ਇੱਥੇ ਰਹਿੰਦੇ ਨੇ ਤਾਂ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ SSP ਨਾਨਕ ਸਿੰਘ ਇਸ ਘਟਨਾ ਤੋਂ ਬਾਅਦ ਉਹ ਇੱਥੇ ਰਹਿਣਗੇ, ਉਹਨਾਂ ਦਾ ਤਬਾਦਲਾ ਕੀਤਾ ਜਾਏਗਾ, ਕਿਉਂਕਿ ਭਗਵੰਤ ਮਾਨ ਇਸ ਗੱਲ ਤੋਂ ਪਟਿਆਲਾ ਪ੍ਰਸ਼ਾਸਨ ਤੋਂ ਕਾਫੀ ਗੁੱਸੇ ਨਜ਼ਰ ਆ ਰਹੇ ਨੇ। ਤੇ ਜੇਕਰ ਉਹਨਾਂ ਨੂੰ ਵਾਕਈ ਹੀ ਉਹਨਾਂ ਨੇ ਇਸ ਪੂਰੀ ਘਟਨਾ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨਿਆ ਤਾਂ ਫਿਰ SSP ਦਾ ਤਬਾਦਲਾ ਹੋਣਾ ਸ਼ਾਇਦ ਇੱਥੇ ਤੈਅ, SSP ਔਰ IG ਦਾ ਤਬਾਦਲਾ ਹੋਣਾ ਤੈਅ। ਪਰ ਜਿੱਥੋਂ ਤੱਕ ਹੁਣ ਤੱਕ SSP ਨਾਨਕ ਸਿੰਘ ਦਾ ਟਰੈਕ ਰਿਹਾ, ਰਿਕਾਰਡ ਰਿਹਾ, ਉਹ ਇੱਕ ਬੇਹੱਦ ਇਮਾਨਦਾਰ ਤੇ ਇੱਕ ਸਖਤ ਅਫਸਰ ਮੰਨੇ ਗਏ ਨੇ। ਪਰ ਇੱਥੇ ਆ ਕੇ ਪਤਾ ਨਹੀਂ ਇਸ ਤਰ੍ਹਾਂ ਕਿਉਂ ਹੋਇਆ, ਕੀ ਗੱਲ ਹੋਈ ਹੈ, ਕੀ ਮਜਬੂਰੀ ਰਹੀ ਹੈ ਉਹਨਾਂ ਦੀ ਸਖਤ ਕਾਰਵਾਈ ਕਰਨ ਤੋਂ, ਉਹ ਕਿਉਂ ਗੁਰੇਜ਼ ਕੀਤਾ ਇਹਨਾਂ ਨੇ, ਕਿਉਂ ਇੱਥੇ ਤੱਕ ਪਹੁੰਚ ਗਈਆਂ ਜਿਹੜੀਆਂ ਉਹ ਸਾਰੇ ਸੰਗਠਨ ਸੀਗੇ, ਕਿਉਂ ਉਹਨਾਂ ਨੂੰ ਕਾਲੀ ਦੇਵੀ ਮੰਦਿਰ ਤੱਕ ਪਹੁੰਚਣ ਦਿੱਤਾ ਗਿਆ, ਕਿਉਂਕਿ ਕਿਉਂ ਨਹੀਂ ਉਹਨਾਂ ਨੇ ਅਜਿਹਾ ਇੰਤਜ਼ਾਮ ਕੀਤਾ ਗਿਆ ਕਿ ਉਹਨਾਂ ਨੂੰ ਬੜੀ ਦੂਰ ਹੀ ਰੋਕ ਲਿੱਤਾ ਜਾਂਦਾ। ਇਹ ਸਾਰਾ ਦਾ ਸਾਰਾ ਮਾਮਲਾ ਜਿਹੜਾ ਇਹ ਆਪਣੇ ਆਪ ਦੇ ਵਿੱਚ ਜਾਂਚ ਦੇ ਦਾਇਰੇ ਦੇ ਵਿੱਚ ਆਉਣਾ ਚਾਹੀਦਾ ਤੇ ਸਰਕਾਰ ਜਿਹੜੀ ਆ ਉਸ ਨੂੰ ਇਸ ਮਾਮਲੇ ਨੂੰ ਲੈ ਕੇ ਹੋਰ ਅੱਗੇ ਨਾ ਵਧੇ, ਇੱਕ ਸਰਬ ਧਰਮ ਤੇ ਸਰਬ ਪਾਰਟੀ ਮੀਟਿੰਗ ਬੁਲਾ ਕੇ ਇਹਨਾਂ ਨੂੰ ਜਿਹੜੇ ਮਾਮਲੇ ਨੂੰ ਨਜਿੱਠਣਾ ਚਾਹੀਦਾ ਤੇ ਇਹ ਗੱਲ ਜਿਹੜੀ ਆ ਅੱਗੇ ਨਹੀਂ ਵਧਣੀ ਚਾਹੀਦੀ। ਇੱਥੇ ਹੀ ਠੱਪ ਹੋਵੇ ਤਾਂ ਚੰਗੀ ਗੱਲ ਹੈ। ਜੇ ਇਹ ਚਿੰਗਾਰੀ ਅੱਗੇ ਵਧੀ ਤਾਂ ਇਹ ਪੰਜਾਬ ਨੂੰ ਭਾਂਬੜ ਬਲ ਕੇ ਜਿਹੜਾ ਉਹ ਫੂਕਣ ਦੇ ਵਿੱਚ ਦੇਰ ਨਹੀਂ ਲਾਊਗੀ। ਜੀ, ਦੂਜੇ ਪਾਸੇ ਦੇਖੋ ਗੱਲਾਂ ਇਹ ਵੀ ਚੱਲ ਰਹੀਆਂ ਨੇ ਗੁਲਵੰਤ ਜੀ ਕਿ ਜਦੋਂ ਇੱਕ ਪਾਸੇ ਬਰਜਿੰਦਰ ਪਰਵਾਨਾ ਆਉਣੀ ਨੇ, ਰਾਜਪੁਰੀ ਰਹਿੰਦੇ ਨੇ ਜੀ, ਉਹਨਾਂ ਨੇ
ਉਹਨਾਂ ਨਾਲ ਆ ਜਿਹੜੀ ਸ਼ਬਦਾਂ ਦੀ ਜੰਗ ਇਹ ਚੱਲ ਰਹੀ ਸੀਗੀ ਹਰੀ ਸਿੰਘ ਲਾਉਣਾ ਦੀ। ਇਧਰੋਂ ਇਹ ਵੀਡੀਓ ਪਾਉਂਦੇ ਸੀ, ਉਧਰੋਂ ਉਹ ਵੀਡੀਓ ਪਾ ਲੈਂਦੇ ਸੀ। ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੱਕ ਲਿਆ ਗਿਆ ਸੀਗਾ, ਕੱਲ੍ਹ ਹੀ ਕਹਿੰਦੇ ਗ੍ਰਿਫਤਾਰ ਕਰ ਰਾਤ ਨੂੰ ਕਰ ਲਿਆ ਗਿਆ ਸੀ ਪਰਵਾਨਾ ਉਹਨਾਂ ਨੂੰ। ਤੇ ਇਹੋ ਜਿਹੀ ਕੀ ਮਜਬੂਰੀ ਹੋ ਗਈ ਸੀ ਕਿ ਹਰੀ ਸਿੰਘ ਲਾਉਣਾ ਨੂੰ ਚਾਹੇ ਪ੍ਰੀਵੈਂਸ਼ਨ ਦੇ ਤੌਰ ਤੇ ਹੀ ਹੈ ਗ੍ਰਿਫਤਾਰ ਕਰ ਲਿਆ ਜਾਂਦਾ, ਡਿਟੇਨ ਕਰ ਲਿਆ ਜਾਂਦਾ, ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਜਿਹੜਾ ਪਟਿਆਲੇ ਤੋਂ ਬਾਹਰ ਕਿਤੇ ਜਗ੍ਹਾ ਤੇ ਲਿਜਾ ਕੇ ਉੱਥੇ ਰੱਖ ਲਿਆ ਜਾਂਦਾ, ਗੈਸਟ ਹਾਊਸ ਦੇ ਵਿੱਚ ਇੱਕ ਗੈਸਟ ਦੀ ਤਰ੍ਹਾਂ ਵੀ ਰੱਖਿਆ ਜਾ ਸਕਦਾ ਸੀਗਾ। ਤੇ ਤਾਂ ਕਿ ਇਹ ਹਾਲਾਤ ਬਣਦੇ ਹੀ ਨਾ, ਕਿਉਂਕਿ ਜਦੋਂ ਇੱਕ ਲੀਡਰ ਤੁਹਾਡੇ ਕੋਲ ਸਾਹਮਣੇ ਨਹੀਂ ਹੈਗਾ ਤਾਂ ਆਲੇ ਦੁਆਲੇ ਵਾਲੇ ਬੰਦੇ ਵੀ ਕਹਿੰਦੇ ਨੇ ਕਿ ਅਸੀਂ ਕੀ ਕਰਨਾ ਜੀ। ਕਿਉਂਕਿ ਜਿਵੇਂ ਆਪਾਂ ਦੇਖਿਆ ਕਿ ਬਾਅਦ ਦੇ ਵਿੱਚ ਜਦੋਂ ਹਰੀ ਸਿੰਘ ਲਾਉਣੀ ਆਪਣੀ ਗੱਡੀ ਲੈ ਕੇ ਭੱਜੇ ਨੇ, ਮੁੜ ਕੇ ਉਸ ਟਾਈਮ ਦੇ ਉੱਤੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ। ਕਿਸੇ ਨੇ ਵੀ ਜਿਹੜਾ ਨਾ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ, ਨਾ ਸਿੱਖ ਧਰਮ ਦੇ ਖਿਲਾਫ ਕੋਈ ਨਾਅਰੇ ਲਗਾਏ ਉਹਨਾਂ ਵੱਲੋਂ। ਹਾਲਾਂਕਿ ਇਹ ਗੱਲਾਂ ਕੀਤੀਆਂ ਜਾ ਰਹੀਆਂ ਕਿ ਸਾਡਾ ਆਪਸੀ ਭਾਈਚਾਰਾ ਇਹ ਬੰਦੇ ਕਰਕੇ ਕਹਿੰਦੇ ਕਿਸੇ ਤੌਰ ਤੇ ਟੁੱਟਿਆ। ਸੋ ਇਹ ਹੋ ਨਹੀਂ ਸਕਦਾ ਸੀ ਕਿ ਹਰੀ ਸਿੰਘ ਲਾਉਣਾ ਨੂੰ ਡਿਟੇਨ ਕਰ ਲਿਆ ਜਾਂਦਾ ਜਾਂ ਗ੍ਰਿਫਤਾਰੀ ਹੋ ਜਾਂਦੀ। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਕਿ ਇਹ ਸਾਰੀਆਂ ਚੀਜ਼ਾਂ ਜਾਂਚ ਦੇ ਦਾਇਰੇ 'ਚ ਆਉਣੀਆਂ ਚਾਹੀਦੀਆਂ ਨੇ। ਕਿ ਹਰੀਸ਼ ਸਿੰਗਲਾ ਵੱਲੋਂ ਜਿਸ ਤਰ੍ਹਾਂ ਦਾ ਇਹ ਮਾਰਚ ਕੱਢਣ ਦੀ ਗੱਲ ਕੀਤੀ ਗਈ ਸੀ, ਪਰਵਾਨੇ ਹੋਣਾ ਨੂੰ ਜਦੋਂ ਉਹਨਾਂ ਨੇ ਇਸ ਦਾ ਗੱਲ ਦਾ ਭਰੋਸਾ ਦੇ ਦਿੱਤਾ ਸੀ SSP ਹੋਣਾ ਨੇ ਕਿ ਹਰੀਸ਼ ਸਿੰਗਲਾ ਨੂੰ ਇਹ ਮਾਰਚ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ, ਤਾਂ ਉਹਦੇ ਬਾਵਜੂਦ ਵੀ ਇਹ ਮਾਰਚ ਜਿਹੜਾ ਨਿਕਲ ਕੇ ਸਾਰੇ ਦੇ ਸਾਰੇ ਉਹਨਾਂ ਦੇ ਕੋਲੋਂ ਬੰਦੇ ਨਿਕਲ ਗਏ ਕਾਲੀ ਦੇਵੀ ਮੰਦਿਰ ਤੱਕ ਕਿਵੇਂ ਪਹੁੰਚ ਗਏ, ਇਹ ਆਪਣੇ ਆਪ ਦੇ 'ਚ ਇੱਕ ਵੱਡਾ ਸਵਾਲ ਹੈ। ਟਕਰਾਅ ਜਿਹੜਾ ਸੀਗਾ ਉਹ ਇੰਨਾ ਕਿਉਂ ਵੱਧ ਗਿਆ ਕਿ ਪੁਲਿਸ ਨੂੰ ਜਿਹੜੀਆਂ ਮਾਮਲਾ ਗੋਲੀਆਂ ਚਲਾਉਣ ਤੱਕ ਜਿਹੜਾ ਜਾਣਾ ਪਿਆ, ਹਵਾਈ ਫਾਇਰ ਕਰਨੇ ਪਏ। ਕਿਉਂ ਜਿਹੜਾ ਸੀ ਇੰਟੈਲੀਜੈਂਸ ਏਜੰਸੀਆਂ ਫੇਲ ਹੋ ਗਈਆਂ, ਇੰਟੈਲੀਜੈਂਸ ਦੇ ਵੱਲੋਂ ਵੀ ਰਿਪੋਰਟਾਂ ਗਈਆਂ ਹੋਣਗੀਆਂ। ਕੀ ਇੰਟੈਲੀਜੈਂਸ ਏਜੰਸੀਆਂ ਦੀਆਂ ਰਿਪੋਰਟਾਂ ਦੀ ਉੱਤੇ ਨੂੰ ਅਣਦੇਖੀ ਕੀਤੀ ਗਈ ਜਾਂ ਇੰਟੈਲੀਜੈਂਸ ਏਜੰਸੀਆਂ ਇਸ ਮਾਮਲੇ 'ਚ ਫੇਲ ਹੋ ਗਈਆਂ, ਇਹ ਸਾਰੀਆਂ ਕੁਝ ਦੇਖਣਾ ਹੋਵੇਗਾ। ਸੋ ਪੂਰੀ ਚਰਚਾ ਕਰਨ ਦੇ ਲਈ ਕੁਲਵੰਤ ਜੀ ਤੁਹਾਡਾ ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦੋਸਤੋ, ਇਹ ਸੀ ਅੱਜ ਦਾ ਸਾਡਾ ਸ਼ੋਅ। ਹਾਂ, ਅਸੀਂ ਕਾਮਨਾ ਕਰਦੇ ਹਾਂ ਆਵਾਜ਼ ਪੰਜਾਬ ਦੀ ਪੂਰੀ ਟੀਮ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਆ ਉਹ ਬਣੀ ਰਹੇ, ਤੇ ਜਿਹੜੇ ਲੋਕੀ ਹਜੇ ਵੀ ਕੋਈ ਐਸੇ ਜਿਹੜੇ ਆਪਣੇ ਮਨ ਦੇ ਵਿੱਚ ਗੱਲਾਂ ਬਾਤਾਂ ਰੱਖਦੇ ਨੇ ਕਿ ਅਸੀਂ ਲੜਨਾ ਪਿੜਨਾ ਹੈ, ਸਾਨੂੰ ਉਹਨਾਂ ਨੂੰ ਵੀ ਕਾਮਨਾ ਕਿ ਤੁਸੀਂ ਭਾਈ ਆਪਣੇ ਆਪਣੇ ਘਰਾਂ ਨੂੰ ਜਾਓ, ਆਪਣੇ ਪਰਿਵਾਰਾਂ ਨੂੰ ਦੇਖੋ ਤੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਬਤੀਤ ਕਰੋ। ਕਿਉਂਕਿ ਅਸੀਂ ਜਿਹੜਾ ਕਾਫੀ ਪਹਿਲਾਂ ਪਿੱਛੇ ਸਮਾਂ ਗਵਾ ਚੁੱਕੇ ਹਾਂ ਪੰਜਾਬ ਦਾ, ਤੇ ਅਸੀਂ ਹੋਰ ਇਸ ਸਭ ਲੜਾਈ ਝਗੜੇ ਦੇ ਵਿੱਚ ਸਮਾਂ ਪੰਜਾਬ ਦਾ ਨਹੀਂ ਗਵਾਉਣਾ ਚਾਹੁੰਦੇ। ਸੋ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਇਹਨੂੰ ਲਾਈਕ ਕਰ ਦਿਓ, ਅੱਗੇ ਸ਼ੇਅਰ ਕਰ ਦਿਓ ਦੋਸਤਾਂ ਦੇ ਨਾਲ। ਜੇ ਇਨਫੋਰਮੇਸ਼ਨ ਵਧੀਆ ਲੱਗੀ ਹੋਵੇ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕਿਸੇ ਕਰੀਬੀ ਨੂੰ, ਰਿਸ਼ਤੇਦਾਰ ਨੂੰ ਇਹ ਜਿਹੜੀ ਜਾਣਕਾਰੀ ਮਿਲ ਸਕੇ, ਤਾਂ ਉਹਨਾਂ ਨਾਲ ਇਹ ਵੀਡੀਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਆਵਾਜ਼ ਪੰਜਾਬ। ਕੱਲ੍ਹ ਫਿਰ ਤੁਹਾਨੂੰ ਮਿਲਦੇ ਹਾਂ ਇਸੇ ਜਿਹੇ ਟਾਈਮ। ਬਹੁਤ ਧੰਨਵਾਦ।